ਐਨਪੀਐਸ ਅਤੇ ਓਪੀਐਸ ਯਾਨੀ ਕਿ ਨਿਊ ਪੈਨਸ਼ਨ ਸਕੀਮ ਅਤੇ 올ਡ ਪੈਨਸ਼ਨ ਸਕੀਮ। ਮੁਲਾਜ਼ਮਾਂ ਦੇ ਧਰਨਿਆਂ ਮੁਜ਼ਾਹਰਿਆਂ ਵਿੱਚ ਇਹ ਸ਼ਬਦ ਸਾਨੂੰ ਆਮ ਹੀ ਸੁਣਨ ਨੂੰ ਮਿਲ ਜਾਂਦਾ ਹੈ। ਮੁਲਾਜ਼ਮ ਨੇ ਚਾਹੇ ਪੰਜਾਬ ਸਰਕਾਰ ਦੇ ਹੋਣ ਚਾਹੇ ਕੇਂਦਰ ਦੇ ਜਾਂ ਬਾਕੀ ਹੋਰ ਸੂਬਿਆਂ ਦੀਆਂ ਸਰਕਾਰਾਂ ਦੇ ਮੁਲਾਜ਼ਮ ਹੋਣ, ਉਹਨਾਂ ਵੱਲੋਂ ਐਨਪੀਐਸ ਨੂੰ ਹਟਾ ਕੇ 올ਡ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਦੀ ਜੋ ਮੰਗ ਕੀਤੀ ਜਾ ਰਹੀ ਹੁੰਦੀ ਹੈ। ਅੱਜ ਆਪਾਂ ਇਸ ਵੀਡੀਓ ਦੇ ਵਿੱਚ ਜਾਣਾਂਗੇ ਕਿ ਐਨਪੀਐਸ ਯਾਨੀ ਕਿ ਨਿਊ ਪੈਨਸ਼ਨ ਸਕੀਮ ਤੇ 올ਡ ਪੈਨਸ਼ਨ ਸਕੀਮ ਦੇ ਵਿੱਚ ਫਰਕ ਕੀ ਹੈ। ਬਕਾਇਦਾ ਇੱਕ ਉਦਾਹਰਨ ਦੇ ਨਾਲ ਅੰਕੜਿਆਂ ਦੇ ਨਾਲ ਆਪਾਂ ਜਾਣਾਂਗੇ ਕਿ ਇਹਨਾਂ ਦੋਹੇ ਸਕੀਮਾਂ ਦੇ ਵਿੱਚ ਫਰਕ ਕੀ ਹੈ ਤੇ ਜਿਹੜੇ ਸਰਕਾਰੀ ਮੁਲਾਜ਼ਮ ਹਨ ਉਹ ਨਿਊ ਪੈਨਸ਼ਨ ਸਕੀਮ ਨੂੰ ਛੱਡ ਕੇ 올ਡ ਪੈਨਸ਼ਨ ਸਕੀਮ ਲਾਗੂ ਕਰਨ ਦੀ ਸਰਕਾਰ ਤੋਂ ਲਗਾਤਾਰ ਮੰਗ ਕਿਉਂ ਕਰ ਰਹੇ ਹਨ। ਹਾਲਾਂਕਿ ਜਦੋਂ 2004 ਦੇ ਵਿੱਚ ਇਹ ਐਨਡੀਏ ਦੀ ਸਰਕਾਰ ਵੱਲੋਂ ਐਨਪੀਐਸ ਯਾਨੀ ਕਿ ਨਿਊ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ ਗਈ ਸੀ ਤਾਂ ਉਦੋਂ ਜ਼ਿਆਦਾਤਰ ਰਾਜਾਂ ਨੇ ਤਾਂ ਇਸ ਸਕੀਮ ਨੂੰ ਅਪਣਾ ਲਿਆ ਸੀ। ਵੈਸਟ ਬੰਗਾਲ ਯਾਨੀ ਕਿ ਪੱਛਮੀ ਬੰਗਾਲ ਅਤੇ ਤ੍ਰਿਪੁਰਾ ਦੀਆਂ ਸਰਕਾਰਾਂ ਨੇ ਇਸ ਸਕੀਮ ਨੂੰ ਨਹੀਂ ਅਪਣਾਇਆ ਸੀ। ਹੁਣ ਪਿੱਛੇ ਜੇ ਮੁਲਾਜ਼ਮਾਂ ਦੇ ਵੱਧ ਰਹੇ ਰੋਸ ਤੋਂ ਬਾਅਦ ਅਤੇ ਵੋਟਾਂ ਦੇ ਪੈ ਰਹੇ ਦਬਾਅ ਤੋਂ ਬਾਅਦ ਕਈ ਰਾਜਾਂ ਦੀਆਂ ਸਰਕਾਰਾਂ ਨੇ, ਖਾਸ ਕਰ ਜਿਹੜੀ ਬੀਜੇਪੀ ਤੋਂ ਵਿਰੋਧੀ ਸਰਕਾਰਾਂ ਨੇ, ਕਾਂਗਰਸ ਦੀ ਹੋਵੇ ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ, ਜਿੱਥੇ ਵੀ ਇਹ ਸਰਕਾਰਾਂ ਹਨ ਉੱਥੇ ਰਾਜਾਂ ਦੇ ਵਿੱਚ ਇਹਨਾਂ ਸਰਕਾਰਾਂ ਦੇ ਨੇਤਾਵਾਂ ਵੱਲੋਂ 올ਡ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਦੀ ਜਿਹੜੀ ਗੱਲ ਆ ਉਹ ਆਖੀ ਗਈ ਹੈ। ਉਹਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਹਿਮਾਚਲ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਝਾਰਖੰਡ ਅਤੇ ਪੰਜਾਬ ਦੇ ਵਿੱਚ ਵੀ ਪਿਛਲੇ ਸਾਲ ਜਦੋਂ ਹਿਮਾਚਲ ਦੀਆਂ ਚੋਣਾਂ ਹੋਣੀਆਂ ਸਨ ਤਾਂ ਪੰਜਾਬ ਦੀਆਂ ਜਿਹੜੀਆਂ ਮੁਲਾਜ਼ਮ ਜਥੇਬੰਦੀਆਂ ਨੇ ਹਿਮਾਚਲ ਵਿੱਚ ਜਾ ਕੇ ਆਮ ਆਦਮੀ ਪਾਰਟੀ ਦਾ ਵਿਰੋਧ ਕਰਨ ਦੀ ਗੱਲ ਜਦੋਂ ਆਖੀ ਸੀ ਤਾਂ ਪੰਜਾਬ ਸਰਕਾਰ ਤੇ ਦਬਾਅ ਪਿਆ ਸੀ ਤਾਂ ਪੰਜਾਬ ਸਰਕਾਰ ਨੇ ਐਲਾਨ ਕਰ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਜਿਹੜੀ 올ਡ ਪੈਨਸ਼ਨ ਸਕੀਮ ਹੈ ਉਸ ਦੇ ਤਹਿਤ ਮੁਲਾਜ਼ਮਾਂ ਨੂੰ ਕਵਰ ਕਰ ਦਿੱਤਾ ਜਾਵੇਗਾ। ਪਰ ਇਸ ਸੰਬੰਧੀ ਕੋਈ ਜਿਹੜਾ ਹਲੇ ਤੱਕ ਠੋਸ ਨੋਟੀਫਿਕੇਸ਼ਨ ਨਹੀਂ ਜਾਰੀ ਹੋਇਆ। ਮੁਲਾਜ਼ਮਾਂ ਦੇ ਦੱਸਣ ਦੇ ਮੁਤਾਬਕ ਜਿਹੜਾ ਹਲੇ ਤੱਕ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਆਇਆ ਹੈ ਉਹ ਅਧੂਰਾ, ਨਾ ਕਿ ਉਸ ਦੇ ਵਿੱਚ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੀ 올ਡ ਪੈਨਸ਼ਨ ਸਕੀਮ ਹੈ ਕਦੋਂ ਤੋਂ ਲਾਗੂ ਕੀਤੀ ਜਾਏਗੀ, ਕੀ ਇਸ ਦੇ ਵਿੱਚ ਮੱਦਾਂ ਹੋਣਗੀਆਂ, ਕਿ ਇਹ ਪੁਰਾਣੀ ਪੈਨਸ਼ਨ ਦੀ ਤਰ੍ਹਾਂ ਹੂਬਹੂ ਹੋਵੇਗੀ ਜਾਂ ਇਸ ਦੇ ਵਿੱਚ ਕੁਝ ਜਿਹੜੇ ਚੇਂਜਸ ਕੀਤੇ ਗਏ ਹੋਣਗੇ। ਤਾਂ ਅੱਜ ਆਪਾਂ ਜਾਣਦੇ ਹਾਂ ਕਿ 올ਡ ਪੈਨਸ਼ਨ ਸਕੀਮ ਕੀ ਸੀ। 올ਡ ਪੈਨਸ਼ਨ ਸਕੀਮ ਦੇ ਵਿੱਚ ਰਿਟਾਇਰਮੈਂਟ ਤੋਂ ਬਾਅਦ ਮੁਲਾਜ਼ਮ ਨੂੰ ਜਦੋਂ ਤੱਕ ਉਹ ਜਿਉਂਦਾ ਰਹੇਗਾ ਉਸ ਦੀ ਜਾਣੀ ਕਿ ਅੰਤਿਮ ਸਾਸਾਂ ਤੱਕ ਜਿਹੜੀ ਇੱਕ ਪੈਨਸ਼ਨ ਸੀ ਉਸ ਨੂੰ ਪੱਕੀ ਮਿਲਦੀ ਸੀ ਅਤੇ ਜਿਹੜੀ ਨਿਊ ਪੈਨਸ਼ਨ ਸਕੀਮ ਹੈ ਉਸ ਤੇ ਇਹ ਕੋਈ ਵੀ ਜਿਹੜੀ ਇਹ ਮਾਦਾ ਲਾਗੂ ਨਹੀਂ ਹੁੰਦੀ। ਉਸ ਤੇ ਇਹ ਡਿਪੈਂਡ ਹੈ ਕਿ ਜੇਕਰ ਜਿੰਨਾ ਸਮਾਂ ਮੁਲਾਜ਼ਮ ਦਾ ਫੰਡ ਰਹਿੰਦਾ ਹੈ ਸਰਕਾਰ ਕੋਲ ਉਦੋਂ ਤੱਕ ਹੀ ਉਸ ਨੂੰ ਪੈਨਸ਼ਨ ਮਿਲੇਗੀ, ਨਾ ਕਿ ਉਸ ਦੇ ਜਿਉਂਦੇ ਰਹਿਣ ਤੱਕ। ਦੂਜੀ ਗੱਲ ਸੀ ਜੋ 올ਡ ਪੈਨਸ਼ਨ ਸਕੀਮ ਦੇ ਵਿੱਚ ਕਿ ਜਿਹੜਾ ਮਹਿੰਗਾਈ ਭੱਤਾ ਹਰ ਸਾਲ ਵੱਧਦਾ ਹੈ ਉਹ 올ਡ ਪੈਨਸ਼ਨ ਸਕੀਮ ਦੇ ਵਿੱਚ ਜੋੜ ਦਿੱਤਾ ਜਾਂਦਾ ਸੀ। ਜਾਣੀ ਕਿ 올ਡ ਪੈਨਸ਼ਨ ਸਕੀਮ ਦੇ ਤਹਿਤ ਮੁਲਾਜ਼ਮ ਨੂੰ ਜਿਹੜਾ ਮਹਿੰਗਾਈ ਭੱਤਾ ਉਹ ਵੀ ਹਰ ਸਾਲ ਦਿੱਤਾ ਜਾਂਦਾ ਸੀ। ਪਰ ਜਿਹੜੀ ਨਵੀਂ ਪੈਨਸ਼ਨ ਸਕੀਮ ਹੈ ਨਿਊ ਪੈਨਸ਼ਨ ਸਕੀਮ ਦੇ ਅੰਦਰ ਇਹ ਤਰ੍ਹਾਂ ਦੀ ਕੋਈ ਵੀ ਜਿਹੜੀ ਟਰਮਸ ਐਂਡ ਕੰਡੀਸ਼ਨ ਹੈ, ਜਾਣੀ ਕਿ ਨਵੀਂ ਪੈਨਸ਼ਨ ਦੇ ਤਹਿਤ ਮੁਲਾਜ਼ਮ ਨੂੰ ਮਹਿੰਗਾਈ ਭੱਤਾ ਸਰਕਾਰ ਵੱਲੋਂ ਨਹੀਂ ਦਿੱਤਾ ਜਾਵੇਗਾ। ਤੇ ਇਸ ਦਾ ਜਿਹੜਾ 올ਡ ਪੈਨਸ਼ਨ ਸਕੀਮ ਦਾ ਇੱਕ ਤੈਅਸ਼ੁਦਾ ਫਾਰਮੂਲਾ ਹੁੰਦਾ ਸੀ, ਜਾਣੀ ਕਿ ਮੁਲਾਜ਼ਮ ਨੂੰ ਪੱਕੇ ਤੌਰ ਤੇ ਪਤਾ ਹੁੰਦਾ ਸੀ ਕਿ ਮੇਰੇ ਰਿਟਾਇਰਮੈਂਟ ਤੋਂ ਬਾਅਦ ਮੈਨੂੰ ਇੰਨੀ ਪੈਨਸ਼ਨ ਮਿਲਣੀ ਹੈ, ਜਾਣੀ ਕਿ ਮੇਰੇ ਬੁਢਾਪੇ ਦੇ ਵਿੱਚ ਮੈਨੂੰ ਕੋਈ ਮੁਸ਼ਕਿਲ ਨਹੀਂ ਆਵੇਗੀ। ਉਸ ਨੂੰ ਅੰਦਾਜ਼ਾ ਹੁੰਦਾ ਸੀ ਕਿ ਇੰਨੀ ਪੈਨਸ਼ਨ ਉਸ ਨੂੰ ਮਿਲੇਗੀ। ਪਰ ਨਿਊ ਪੈਨਸ਼ਨ ਸਕੀਮ ਦੇ ਵਿੱਚ ਇਸ ਦੇ ਵਿੱਚ ਅਨਿਸ਼ਚਿਤਤਾਵਾਂ ਨੇ, ਜਾਣੀ ਕਿ ਮੁਲਾਜ਼ਮ ਨੂੰ ਪੱਕੇ ਤੌਰ ਤੇ ਨਹੀਂ ਪਤਾ ਹੁੰਦਾ ਕਿ ਉਸ ਨੂੰ ਉਸਦੇ ਬੁਢਾਪੇ ਦੇ ਵਿੱਚ ਕਿੰਨੀ ਪੈਨਸ਼ਨ ਮਿਲੇਗੀ, ਕਿਉਂਕਿ ਇਹ ਸਾਰੀ ਜਿਹੜੀ ਐਨਪੀਐਸ ਸਕੀਮ ਆ ਸ਼ੇਅਰ ਮਾਰਕੀਟ ਦੇ ਉੱਤੇ ਡਿਪੈਂਡ ਕਰਦੀ ਆ। 올ਡ ਪੈਨਸ਼ਨ ਸਕੀਮ ਵਿੱਚੋਂ ਮੁਲਾਜ਼ਮ ਦੀ ਤਨਖਾਹ ਦੇ ਵਿੱਚੋਂ ਇੱਕ ਵੀ ਪੈਸਾ ਨਹੀਂ ਕੱਟਦਾ ਸੀ, ਜਾਣੀ ਕਿ ਸਾਰੀ ਦੀ ਸਾਰੀ ਜਿਹੜੀ ਕੰਟਰੀਬਿਊਸ਼ਨ ਸੀ ਪੈਨਸ਼ਨ ਦੀ ਉਹ ਸਰਕਾਰ ਪਾਉਂਦੀ ਸੀ। ਪਰ ਐਨਪੀਐਸ ਨਿਊ ਪੈਨਸ਼ਨ ਸਕੀਮ ਵਿੱਚੋਂ ਮੁਲਾਜ਼ਮ ਨੂੰ ਹਰ ਮਹੀਨੇ ਆਪਣੀ ਤਨਖਾਹ ਵਿੱਚੋਂ 10% ਦੀ ਹਿੱਸਾ ਕਟਾਉਣਾ ਪੈਂਦਾ ਹੈ ਅਤੇ 14% ਦੀ ਹਿੱਸਾ ਜਿਹੜਾ ਉਹ ਸਰਕਾਰ ਪਾਉਂਦੀ ਹੈ ਤੇ ਉਸ ਤੋਂ ਬਾਅਦ ਐਨਪੀਐਸ ਦਾ ਜਿਹੜਾ ਫੰਡ ਆ ਉਹ ਬਣਦਾ ਹੈ। 올ਡ ਪੈਨਸ਼ਨ ਸਕੀਮ ਦੇ ਵਿੱਚ ਇੱਕ ਹੋਰ ਸਹੂਲਤ ਜਿਹੜੀ ਮੁਲਾਜ਼ਮਾਂ ਨੂੰ ਮਿਲਦੀ ਸੀ ਉਸ ਦੇ ਮੁਤਾਬਕ ਜੇਕਰ ਮੁਲਾਜ਼ਮ ਦੀ ਮੌਤ ਹੋ ਜਾਂਦੀ ਸੀ ਤਾਂ ਉਸ ਦੇ ਜੀਵਨ ਸਾਥੀ ਨੂੰ ਉਸ ਦੀ ਆਖਰੀ ਬੇਸਿਕ ਪੇ ਦਾ ਜਿਹੜਾ 30% ਹੈ ਪੈਨਸ਼ਨ ਦੇ ਰੂਪ ਵਿੱਚ ਆਖਰੀ ਦਮ ਤੱਕ ਮਿਲਦਾ ਰਹਿੰਦਾ ਸੀ। ਪਰ ਨਿਊ ਪੈਨਸ਼ਨ ਸਕੀਮ ਦੇ ਵਿੱਚ ਇੱਦਾਂ ਦੀ ਕੋਈ ਵੀ ਮਦ ਨਹੀਂ ਹੈ, ਕਿਉਂਕਿ ਇਹ ਸਾਰੀ ਦੀ ਸਾਰੀ ਸ਼ੇਅਰ ਮਾਰਕੀਟ ਦੇ ਜਿਹੜੇ ਫੰਡ ਦੇ ਆਧਾਰਿਤ ਹੋਵੇਗੀ। ਇਸ ਦੇ ਨੁਕਸਾਨ ਕੀ ਸੀ ਸਰਕਾਰ ਨੂੰ, ਜਿਸ ਕਰਕੇ ਸਰਕਾਰ ਨੇ ਜਿਹੜੀ ਹੈ 올ਡ ਪੈਨਸ਼ਨ ਸਕੀਮ ਬੰਦ ਕਰ ਦਿੱਤੀ? ਉਸ ਦਾ ਸਭ ਤੋਂ ਵੱਡਾ ਸਰਕਾਰ ਕਹਿੰਦੀ ਸੀ ਕਿ ਨੁਕਸਾਨ ਇਹ ਹੈ ਕਿ ਸਰਕਾਰ ਉੱਪਰ ਜਿਹੜੀ ਪੈਨਸ਼ਨਾਂ ਦਾ ਬੋਝ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ, ਕਿਉਂਕਿ ਜਿਉਂ-ਜਿਉਂ ਮੁਲਾਜ਼ਮ ਰਿਟਾਇਰ ਹੁੰਦੇ ਜਾਂਦੇ ਹਨ ਤਾਂ ਸਰਕਾਰ ਨੂੰ ਜਿਹੜੀ ਪੈਨਸ਼ਨ ਆ ਉਹ ਲਗਾਤਾਰ ਉਹਨਾਂ ਨੂੰ ਦੇਣੀ ਪੈਂਦੀ ਹੈ। ਉਹਨਾਂ ਤੋਂ ਬਾਅਦ ਉਹਨਾਂ ਦੇ ਜਿਹੜੇ ਜੀਵਨ ਸਾਥੀ ਹਨ ਉਹਨਾਂ ਨੂੰ ਵੀ ਦੇਣੀ ਪੈਂਦੀ ਹੈ ਤੇ ਇਸ ਦੇ ਨਾਲ ਜਿਹੜਾ ਮਹਿੰਗਾਈ ਭੱਤਾ ਵੀ ਸਰਕਾਰ ਨੂੰ
ਮੁਲਾਜ਼ਮਾਂ ਨੂੰ ਹਰ ਸਾਲ ਵਾਧੇ ਦੇ ਰੂਪ ਦੇ ਵਿੱਚ ਦੇਣਾ ਪੈਂਦਾ। ਤਾਂ ਕਰਕੇ ਸਰਕਾਰ ਨੇ ਇਹ 올ਡ ਪੈਨਸ਼ਨ ਸਕੀਮ ਨੂੰ ਖਤਮ ਕਰਕੇ NPS ਲੈ ਕੇ ਆਉਣ ਦਾ ਜਿਹੜਾ ਫੈਸਲਾ ਉਹ ਕੀਤਾ ਸੀ ਅਤੇ ਉਸ ਤੋਂ ਬਾਅਦ ਵਿੱਚ ਕੇਂਦਰ ਦੇ ਇਸ ਫੈਸਲੇ ਤੋਂ ਬਾਅਦ ਰਾਜ ਸਰਕਾਰਾਂ ਨੇ ਵੀ ਵੈਸਟ ਬੰਗਾਲ ਤੇ ਤ੍ਰਿਪੁਰਾ ਦੀ ਸਰਕਾਰ ਨੂੰ ਛੱਡ ਕੇ ਇਹ ਅਪਣਾ ਲਿਆ ਸੀ। ਆਪਾਂ ਇੱਕ ਉਦਾਹਰਨ ਦੇ ਤੌਰ ਤੇ ਸਮਝਦੇ ਹਾਂ ਕਿ 올ਡ ਪੈਨਸ਼ਨ ਸਕੀਮ ਤੇ ਜਿਹੜੀ ਨਿਊ ਪੈਨਸ਼ਨ ਸਕੀਮ ਹੈ ਇਸ ਦੇ ਵਿੱਚ ਫਰਕ ਕੀ ਹੈ। ਆਪਾਂ ਮੰਨ ਲਈਏ ਕਿ ਇੱਕ ਅਧਿਆਪਕ ਹੈ ਜੋ ਕਿ 25,000 ਰੁਪਏ ਮਹੀਨੇ ਦੀ ਤਨਖਾਹ ਤੇ ਸਰਕਾਰੀ ਨੌਕਰੀ ਜੁਆਇਨ ਕਰਦਾ ਹੈ ਤੇ ਉਸ ਦੀ ਰਿਟਾਇਰਮੈਂਟ ਦੇ ਤੱਕ ਉਸ ਦੀ ਜਿਹੜੀ ਆਖਰੀ ਤਨਖਾਹ ਹੋਏਗੀ ਯਾਨੀ ਕਿ ਉਸ ਦੀ ਰਿਟਾਇਰਮੈਂਟ ਤੇ ਹੋਏਗੀ 75,000 ਰੁਪਏ ਮਹੀਨਾ। ਆਪਾਂ ਮੁਲਾਜ਼ਮ ਦੀ ਜਿਹੜੀ ਇਸ ਸਮੇਂ ਉਮਰ 25 ਸਾਲ ਮੰਨ ਕੇ ਚੱਲਦੇ ਹਾਂ ਤੇ ਜਾਣੀ ਕਿ ਉਸ ਦੀ ਜਿਹੜੀ ਸਰਵਿਸ ਦੀ ਲੈਂਥ ਹੈ ਉਸ ਨੂੰ ਆਪਾਂ 35 ਸਾਲ ਮੰਨ ਕੇ ਚੱਲਦੇ ਹਾਂ ਕਿ 35 ਸਾਲ ਉਹ ਮੁਲਾਜ਼ਮ ਅਧਿਆਪਕ ਆਪਦੀ ਜਿਹੜੀ ਸਰਵਿਸ ਪੂਰੀ ਕਰੇਗਾ। ਉਸ ਦੇ ਮੁਤਾਬਿਕ ਉਸ ਨੂੰ ਹਰ ਮਹੀਨੇ ਆਪਣੀ ਤਨਖਾਹ ਦਾ 10% NPS ਫੰਡ ਦੇ ਵਿੱਚ ਜਮ੍ਹਾਂ ਕਰਾਉਣਾ ਹੋਏਗਾ ਅਤੇ 14% ਸਰਕਾਰ ਜਮ੍ਹਾਂ ਕਰਾਏਗੀ। ਤਾਂ ਇਸ ਹਿਸਾਬ ਨਾਲ ਜੇ ਆਪਾਂ ਲਾਈਏ ਤਾਂ ਲਗਭਗ 72,000 ਰੁਪਏ ਮਹੀਨਾ ਜਿਹੜਾ ਮੁਲਾਜ਼ਮ ਆ ਉਹ ਅਧਿਆਪਕ ਆ ਸਰਕਾਰੀ ਅਧਿਆਪਕ ਹੈ ਉਹ 72,000 ਰੁਪਏ ਮਹੀਨਾ ਉਸਦੇ ਜਿਹੜੇ NPS ਨਿਊ ਪੈਨਸ਼ਨ ਸਕੀਮ ਦੇ ਜਿਹੜੇ ਫੰਡ ਦੇ ਵਿੱਚ ਜਮ੍ਹਾਂ ਹੁੰਦਾ ਜਾਏਗਾ। ਪਰ ਜੇਕਰ ਇਹੀ ਉਸਦੇ ਕੋਲ OPS ਦੀ ਆਪਸ਼ਨ ਹੁੰਦੀ ਯਾਨੀ ਕਿ 올ਡ ਪੈਨਸ਼ਨ ਸਕੀਮ ਦੇ ਵਿੱਚ ਹੁੰਦਾ ਤਾਂ ਉਸ ਲਈ ਇਹ ਪੱਕਾ ਸੀ ਕਿ ਜਿਹੜੀ 37,500 ਪੈਨਸ਼ਨ ਆ 37,500 ਰੁਪਇਆ ਪਲੱਸ ਮਹਿੰਗਾਈ ਭੱਤੇ ਜੋ ਹਰ ਸਾਲ ਵਾਧੇ ਦੇ ਨਾਲ ਹੋਵੇਗੀ ਉਸ ਨੂੰ ਉਸਦੇ ਹਰ ਮਹੀਨੇ ਮਿਲੇਗੀ ਉਸਦੀ ਰਿਟਾਇਰਮੈਂਟ ਤੋਂ ਬਾਅਦ। ਪਰ NPS ਦੇ ਵਿੱਚ ਅਜਿਹਾ ਕੁਝ ਵੀ ਨਹੀਂ ਹੈ। ਤਾਂ ਉਸ ਹਿਸਾਬ ਨਾਲ ਜਿਵੇਂ ਆਪਾਂ ਦੱਸਿਆ ਕਿ 72,000 ਰੁਪਏ ਦੇ ਹਿਸਾਬ ਨਾਲ ਹਰ ਸਾਲ ਉਸਦੇ NPS ਦੇ ਵਿੱਚ ਜਮ੍ਹਾਂ ਹੁੰਦਾ ਜਾਏਗਾ ਜਿਸ ਵਿੱਚੋਂ 10% ਉਹ ਖੁਦ ਅਤੇ 14% ਸਰਕਾਰ ਪਾਵੇਗੀ। ਤਾਂ ਆਪਾਂ ਇਹਨੂੰ ਮੰਨ ਕੇ ਚੱਲਦੇ ਹਾਂ ਕਿ ਜਦੋਂ NPS ਜਿਹੜਾ ਫੰਡ ਆ ਉਹ ਸ਼ੇਅਰ ਮਾਰਕੀਟ ਵਿੱਚ ਜਾਂ ਹੋਰ ਕਈ ਥਾਵਾਂ ਤੇ ਇਨਵੈਸਟ ਕਰੇਗਾ ਤਾਂ ਮੰਨ ਲਈਏ ਆਪਾਂ ਉਸ ਮੁਲਾਜ਼ਮ ਦੇ ਉਸ ਜਮ੍ਹਾਂ ਕੀਤੇ ਹੋਏ ਫੰਡ ਤੇ 7% ਦੇ ਹਿਸਾਬ ਨਾਲ ਵਿਆਜ ਮਿਲਦਾ ਹੈ। ਤਾਂ ਜਦੋਂ ਉਸਦੀ 35 ਸਾਲ ਤੋਂ ਬਾਅਦ ਸਰਵਿਸ ਖਤਮ ਹੋ ਜਾਵੇਗੀ ਤਾਂ ਉਸ ਦੇ ਜੇ NPS ਦੇ ਵਿੱਚ ਲਗਭਗ ਜਿਹੜਾ ਫੰਡ ਜਮ੍ਹਾਂ ਹੋਵੇਗਾ ਉਹ 90 ਲੱਖ ਰੁਪਇਆ ਹੋਵੇਗਾ ਤੇ ਉਸ ਦੇ ਹਿਸਾਬ ਨਾਲ ਉਸ ਦੀ ਜਿਹੜੀ ਪੈਨਸ਼ਨ ਹੈ ਉਹ 40 ਤੋਂ 50,000 ਰੁਪਏ ਦੇ ਲਗਭਗ ਹੋ ਜਾਵੇਗੀ। ਤਾਂ ਇਹ ਆਮ ਤੌਰ ਤੇ ਲੋਕਾਂ ਦੇ ਸਮਝਣ ਦੇ ਵਿੱਚ ਆਉਂਦਾ ਹੈ ਕਿ ਉਸ ਸਮੇਂ ਤਾਂ ਮੁਲਾਜ਼ਮ ਨੂੰ ਜਿਹੜੀ ਪੈਨਸ਼ਨ ਆ 올ਡ ਪੈਨਸ਼ਨ ਸਕੀਮ ਦੇ ਵਿੱਚ 37,000 ਰੁਪਇਆ ਲਗਭਗ ਮਿਲੇਗੀ ਜੇ ਆਪਾਂ ਇਸ ਉਦਾਹਰਨ ਦੇ ਹਿਸਾਬ ਨਾਲ ਲੈ ਲਈਏ। ਪਰ NPS ਦੇ ਵਿੱਚ ਇਹ ਪੈਨਸ਼ਨ 40 ਤੋਂ 50,000 ਹੋ ਜਾਵੇਗੀ। ਪਰ ਅਜਿਹਾ ਨਹੀਂ ਹੈ ਕਿਉਂਕਿ ਜਿਹੜੀ NPS ਉਹ ਪ੍ਰੋਪਰਲੀ ਸ਼ੇਅਰ ਮਾਰਕੀਟ ਤੇ ਡਿਪੈਂਡ ਕਰਦੀ ਹੈ ਤੇ ਜੇਕਰ ਮੰਨ ਕੇ ਚੱਲੀਏ ਸ਼ੇਅਰ ਮਾਰਕੀਟ ਨੇ 7% ਦਾ ਜਿਹੜਾ ਉਸ ਨੂੰ ਪ੍ਰੋਫਿਟ ਉਸਦੇ ਫੰਡ ਨੂੰ ਨਾ ਦਿੱਤਾ ਸਿਰਫ ਔਰ ਸਿਰਫ 5% ਦਿੱਤਾ ਤਾਂ ਦੇਖਦੇ ਹਾਂ 5% ਦੇ ਹਿਸਾਬ ਨਾਲ ਉਸ ਨੂੰ ਜਿਹੜਾ ਫੰਡ ਦੀ ਜਿਹੜੀ ਵੈਲਿਊ ਰਹਿ ਜਾਵੇਗੀ ਜੇ 7% ਨਾਲ 90 ਲੱਖ ਹੁੰਦੀ ਸੀ ਤਾਂ 5% ਨਾਲ 35 ਸਾਲਾਂ ਦੇ ਵਿੱਚ ਸਿਰਫ 60 ਲੱਖ ਰਹਿ ਜਾਵੇਗੀ ਜਿਸ ਨਾਲ ਉਸ ਨੂੰ ਜਿਹੜੀ ਮਹੀਨੇਵਾਰ ਪੈਨਸ਼ਨ ਆ ਉਹ 28 ਤੋਂ 35,000 ਮਿਲੇਗੀ। ਇਸ ਦੇ ਵਿੱਚ ਇੱਕ ਮੁਲਾਜ਼ਮ ਨੂੰ ਇਹ ਹੋਰ ਵੀ ਨੁਕਸਾਨ ਹੋ ਰਿਹਾ ਹੈ ਜਿਹੜਾ ਕਿ ਜਿਸ ਕਰਕੇ ਮੁਲਾਜ਼ਮ ਵਿਰੋਧ ਕਰ ਰਹੇ ਹਨ ਕਿਉਂਕਿ ਜਿੰਨਾ ਸਮਾਂ ਇਹ ਫੰਡ ਰਹੇਗਾ ਓਨਾ ਸਮਾਂ ਹੀ ਪੈਨਸ਼ਨ ਮਿਲੇਗੀ ਨਾ ਕਿ ਜਿੰਨਾ ਸਮਾਂ ਉਹ ਮੁਲਾਜ਼ਮ ਜਿਉਂਦਾ ਹੈ। ਇਸ ਦੇ ਵਿੱਚ ਮੁਲਾਜ਼ਮਾਂ ਵੱਲੋਂ ਇੱਕ ਹੋਰ ਵੀ ਵਿਰੋਧ ਕੀਤਾ ਜਾ ਰਿਹਾ ਕਿ ਇਸ ਵਿੱਚ ਸਰਕਾਰ ਵੱਲੋਂ ਇੱਕ ਹੋਰ ਵੀ ਕੁੰਡੀ ਪਾਈ ਗਈ ਹੈ ਕਿਉਂਕਿ ਪਹਿਲਾਂ ਜਿਹੜੀ 올ਡ ਪੈਨਸ਼ਨ ਸਕੀਮ ਦੇ ਤਹਿਤ ਜਿਹੜਾ ਸਰਕਾਰ ਵੱਲੋਂ ਹੀ ਸਾਰਾ ਪੈਨਸ਼ਨ ਦਾ ਕੰਟਰੀਬਿਊਸ਼ਨ ਮੁਲਾਜ਼ਮ ਲਈ ਕੀਤਾ ਜਾਂਦਾ ਸੀ ਪਰ ਮੁਲਾਜ਼ਮ ਇਸ ਵਿੱਚ 10% ਆਪਣੀ ਤਨਖਾਹ ਵਿੱਚੋਂ ਕਟਾ ਕੇ ਉਸ ਫੰਡ ਦੇ ਵਿੱਚ ਕੰਟਰੀਬਿਊਟ ਕਰਦੇ ਹਨ। ਇਹੀ ਮੁਲਾਜ਼ਮ ਜੇਕਰ ਆਪਣੀ ਤਨਖਾਹ ਵਿੱਚੋਂ 10% ਆਪਦੇ ਤੌਰ ਤੇ ਇਨਵੈਸਟ ਕਰਨ ਤਾਂ ਜੇ ਆਪਾਂ 7% ਦੇ ਹਿਸਾਬ ਨਾਲ ਵੀ ਦੇਖੀਏ ਤਾਂ 35 ਸਾਲਾਂ ਦੇ ਵਿੱਚ ਮੁਲਾਜ਼ਮ ਕੋਲੇ 32-33 ਲੱਖ ਦਾ ਜਿਹੜਾ ਫੰਡ ਆ ਲਗਭਗ ਉਹ ਜਮ੍ਹਾਂ ਹੋ ਜਾਵੇਗਾ ਜਾਨੀ ਕਿ ਉਸ 90 ਲੱਖ ਦੇ ਵਿੱਚ 32-33 ਲੱਖ ਰੁਪਇਆ ਤਾਂ ਉਸ ਮੁਲਾਜ਼ਮ ਦਾ ਹੀ ਹੈ ਜਿਸ ਦੇ ਤਹਿਤ ਸਰਕਾਰ NPS ਦੇ ਅੰਡਰ ਮੁਲਾਜ਼ਮ ਨੂੰ ਉਸਦੀ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਦੇਵੇਗੀ। ਹਾਲਾਂਕਿ ਜਿਹੜੇ ਅਸੀਂ ਅੰਕੜੇ ਤੁਹਾਨੂੰ ਦੱਸੇ ਨੇ ਇੱਕ ਉਦਾਹਰਨ ਦੇ ਤਹਿਤ ਨੇ ਇਸ ਦੇ ਵਿੱਚ ਅਸੀਂ ਜਿਹੜੀ ਮੁਲਾਜ਼ਮ ਦੀ ਉਸ ਅਧਿਆਪਕ ਦੀ ਜਿਹੜੀ ਹਰ ਸਾਲ ਵਾਧੀ ਤਨਖਾਹ ਉਸ ਦੀ ਨੂੰ ਕੈਲਕੂਲੇਟ ਨਹੀਂ ਕੀਤਾ ਪਰ ਜੇਕਰ ਆਪਾਂ ਉਸ ਦੇ ਇਕੱਲੇ ਇੱਕ ਮਦ ਨੂੰ ਵੀ ਕੈਲਕੂਲੇਟ ਕਰਕੇ ਦੇਖੀਏ ਤਾਂ ਵੀ ਜਿਹੜੀ ਨਿਊ ਪੈਨਸ਼ਨ ਸਕੀਮ ਹੈ ਉਹ 올ਡ ਪੈਨਸ਼ਨ ਸਕੀਮ ਤੋਂ ਕਈ ਗੁਣਾ ਮੁਲਾਜ਼ਮਾਂ ਲਈ ਜਿਹੜੀ ਘਾਟੇ ਬੰਦ ਦਾ ਸੌਦਾ ਸਾਬਤ ਹੋਵੇਗੀ। NPS ਯਾਨੀ ਕਿ ਨਿਊ ਪੈਨਸ਼ਨ ਸਕੀਮ ਦਾ ਜਿਹੜਾ ਮੂਲ ਆਧਾਰ ਹੈ ਉਹ ਸ਼ੇਅਰ ਮਾਰਕੀਟ ਹੈ ਤੇ ਇਹ ਕਿਤੇ ਵੀ ਨਹੀਂ ਲਿਖਿਆ ਹੋਇਆ ਕਿ ਜਿਹੜੀ ਸ਼ੇਅਰ ਮਾਰਕੀਟ ਆ ਹਰ ਸਾਲ ਹਰ ਸਮੇਂ ਜਿਹੜੀ ਵਾਧੇ ਦੇ ਵਿੱਚ ਹੀ ਰਹੇਗੀ। ਮੰਨ ਕੇ ਚੱਲੀਏ ਜੇਕਰ ਕਿਸੇ ਸਰਕਾਰੀ ਮੁਲਾਜ਼ਮ ਨੇ ਜਦੋਂ ਰਿਟਾਇਰ ਹੋਣਾ ਹੈ ਤੇ ਉਹਨਾਂ ਸਾਲਾਂ ਦੇ ਵਿੱਚ ਹੀ ਜਿਹੜੀ ਦੇਸ਼ ਦੇ ਵਿੱਚ ਆਰਥਿਕ ਮੰਦੀ ਆ ਜਾਵੇ ਯਾਨੀ ਕਿ ਜਿਹੜੀ ਸ਼ੇਅਰ ਮਾਰਕੀਟ ਆ ਉਹ ਪੂਰੀ ਤਰ੍ਹਾਂ ਟੁੱਟ ਜਾਵੇ ਘਾਟੇ ਵਿੱਚ ਹੋ ਜਾਵੇ ਤਾਂ ਜਿਹੜੀ ਮੁਲਾਜ਼ਮ ਦਾ ਉਹ ਪੈਨਸ਼ਨ ਫੰਡ ਹੈ NPS ਹੈ ਉਹ ਵੀ ਘਟ ਜਾਵੇਗਾ ਤਾਂ ਉਸ ਦੇ ਜਿਹੜੇ ਪੈਨਸ਼ਨ ਤੇ ਉਸ ਨਾਲ ਸਿੱਧਾ ਪ੍ਰਭਾਵ ਪਵੇਗਾ। ਦੂਜੀ ਗੱਲ ਇਹ ਵੀ ਹੈ ਕਿਉਂਕਿ ਮੁਲਾਜ਼ਮਾਂ ਨੂੰ ਜਿਹੜਾ ਸ਼ੇਅਰ ਮਾਰਕੀਟ ਦਾ ਦੂਜੀ ਗੱਲ ਘਾਟੇ ਦੀ ਹੈ ਕਿ ਹਰ ਇੱਕ ਮੁਲਾਜ਼ਮ ਨੂੰ ਜਿਹੜਾ ਸ਼ੇਅਰ ਮਾਰਕੀਟ ਦਾ ਗਿਆਨ ਨਹੀਂ ਹੁੰਦਾ ਜੇਕਰ ਉਸਨੇ NPS ਦੇ ਵਿੱਚ ਕੋਈ
ਐਨਪੀਐਸ ਦੇ ਵਿੱਚ ਕੋਈ ਘੱਟ ਲਾਭ ਵਾਲਾ ਫੰਡ ਚੁਣ ਲਿਆ ਤਾਂ ਵੀ ਉਸਦੇ ਫੰਡ ਉੱਪਰ ਜਿਹੜਾ ਘਾਟਾ ਹੋਵੇਗਾ ਤੇ ਜਿਸ ਨਾਲ ਸਿੱਧਾ ਉਸਦੀ ਪੈਨਸ਼ਨ ਦੇ ਵਿੱਚ ਜਿਹੜਾ ਨੁਕਸਾਨ ਹੋਵੇਗਾ। ਇਸ ਦੇ ਵਿੱਚ ਇੱਕ ਗੱਲ ਹੋਰ ਹੈ ਕਿ ਜੇਕਰ ਕਿਸੇ ਮੁਲਾਜ਼ਮ ਦੀ ਸਰਵਿਸ ਦੀ ਲੈਂਥ ਘੱਟ ਹੈ ਤਾਂ ਵੀ ਉਸ ਨੂੰ ਐਨਪੀਐਸ ਦਾ ਕੋਈ ਜ਼ਿਆਦਾ ਲਾਭ ਨਹੀਂ ਹੋਣ ਵਾਲਾ, ਕਿਉਂਕਿ ਇਸ ਦੇ ਵਿੱਚ ਇਹ ਹੈ ਕਿ ਐਨਪੀਐਸ ਦੇ ਵਿੱਚ ਜਿੰਨੀ ਮੁਲਾਜ਼ਮ ਦੀ ਜ਼ਿਆਦਾ ਸਰਵਿਸ ਹੋਏਗੀ ਓਨਾ ਜ਼ਿਆਦਾ ਹੀ ਉਸ ਨੂੰ ਐਨਪੀਐਸ ਦਾ ਲਾਭ ਹੋਏਗਾ, ਕਿਉਂਕਿ ਇਸ ਦੇ ਵਿੱਚ ਵਿਆਜ ਯਾਨੀ ਕਿ ਕਮੂਲੇਟਿਵ ਜਿਹੜਾ ਇੰਟਰਸਟ ਹੈ ਉਹ ਜੁੜਦਾ ਜਾਂਦਾ। ਪਿਛਲੇ ਸਮੇਂ ਅਸੀਂ ਦੇਖ ਰਹੇ ਆ ਰਹੇ ਹਾਂ, ਚਾਹੇ ਪੰਜਾਬ ਸਰਕਾਰ ਹੋਵੇ, ਰਾਜਾਂ ਦੀਆਂ ਸਰਕਾਰਾਂ ਹੋਣ ਜਾਂ ਕੇਂਦਰ ਸਰਕਾਰ ਹੋਵੇ, ਆਮ ਤੌਰ ਤੇ ਸਰਕਾਰਾਂ ਜਿਹੜੀਆਂ ਪਹਿਲੇ ਤੌਰ ਤੇ ਜਿਹੜੇ ਮੁਲਾਜ਼ਮਾਂ ਨੂੰ ਠੇਕਾ ਆਧਾਰਿਤ ਭਰਤੀ ਕਰਦੀਆਂ ਹਨ ਅਤੇ ਰੋਸ ਮੁਜ਼ਾਹਰਿਆਂ ਧਰਨਿਆਂ ਤੋਂ ਬਾਅਦ ਮੁਲਾਜ਼ਮਾਂ ਨੂੰ ਉਹਨਾਂ ਦੇ ਆਖਰੀ ਸਾਲਾਂ ਦੇ ਵਿੱਚ ਪੱਕੇ ਕਰ ਦਿੱਤਾ ਜਾਂਦਾ ਹੈ, ਯਾਨੀ ਕਿ ਉਹਨਾਂ ਦੀ ਜਿਹੜੀ ਸਰਕਾਰੀ ਲੈਂਥ ਆਫ ਸਰਵਿਸ ਹੈ, ਜਿਹੜੀ ਗਵਰਨਮੈਂਟ ਦੀ ਸਰਵਿਸ ਦੇ ਵਿੱਚ ਜਿਹੜੀ ਉਹਨਾਂ ਦੀ ਕੁੱਲ ਸਮਾਂ ਹੈ ਉਹ ਬਹੁਤ ਘੱਟ ਜਾਂਦਾ ਹੈ, ਜਿਸ ਕਰਕੇ ਜਿਹੜੀ ਉਹਨਾਂ ਦੀ ਨਿਊ ਪੈਨਸ਼ਨ ਸਕੀਮ ਦੇ ਵਿੱਚ ਉਹਨਾਂ ਨੂੰ ਘਾਟਾ ਸਾਬਿਤ ਹੁੰਦਾ ਹੈ, ਕਿਉਂਕਿ ਇੰਨਾ ਜ਼ਿਆਦਾ ਫੰਡ ਜੁੜ ਹੀ ਨਹੀਂ ਪਾਉਂਦਾ ਜਿਸ ਨਾਲ ਉਹਨਾਂ ਨੂੰ ਜਿਹੜੀ ਇੱਕ ਚੰਗੀ ਪੈਨਸ਼ਨ ਮਿਲ ਸਕੇ ਤੇ ਜਿਸ ਨਾਲ ਉਹ ਆਪਣੇ ਬੁਢਾਪੇ ਦਾ ਗੁਜ਼ਰ ਬਸਰ ਚੰਗੇ ਤਰੀਕੇ ਨਾਲ ਕਰ ਸਕਣ। ਹਾਲਾਂਕਿ ਐਕਸਪਰਟ ਸਰਕਾਰ ਨੂੰ ਇਹ ਵੀ ਕਹਿ ਰਹੇ ਹਨ ਕਿ ਜੋ ਸਰਕਾਰ ਨੇ ਐਨਪੀਐਸ ਤੇ ਫੈਸਲਾ ਲਿਆ ਹੈ ਕੋਈ ਚੰਗਾ ਦੇਖ ਪਰਖ ਕੇ ਨਹੀਂ, ਇਸ ਨੂੰ ਹੋਰ ਵਧੀਆ ਵੀ ਕੀਤਾ ਜਾ ਸਕਦਾ ਸੀ ਤੇ ਮੁਲਾਜ਼ਮਾਂ ਦੇ ਲਾਹੇਵੰਦ ਵੀ ਕੀਤਾ ਜਾ ਸਕਦਾ ਸੀ। ਤੇ ਮੁਲਾਜ਼ਮ ਇਸ ਬਾਬਤ ਕਹਿ ਰਹੇ ਹਨ ਕਿ ਸਰਕਾਰ ਨੇ ਇਸ ਵਿੱਚ ਸਿਰਫ ਔਰ ਸਿਰਫ ਸ਼ੇਅਰ ਮਾਰਕੀਟ ਤੇ ਕੰਪਨੀਆਂ ਦਾ ਫਾਇਦਾ ਹੀ ਦੇਖਿਆ ਹੈ ਕਿ ਕਿਉਂਕਿ ਉਹਨਾਂ ਨੂੰ ਹਰ ਸਾਲ ਜਿਹੜੀ ਸ਼ੇਅਰ ਮਾਰਕੀਟ ਵਿੱਚ ਉਹਨਾਂ ਦੀ ਤਨਖਾਹ ਵਿੱਚ ਜਿਹੜੇ ਪੈਸੇ ਇਨਵੈਸਟ ਹੁੰਦੇ ਰਹਿਣਗੇ, ਨਾ ਕਿ ਉਹਨਾਂ ਨੇ ਸਰਕਾਰੀ ਕਰਮਚਾਰੀਆਂ ਦਾ ਫਾਇਦਾ ਦੇਖਿਆ ਹੈ। ਇਸ ਬਾਬਤ ਜਦੋਂ ਸਰਕਾਰੀ ਕਰਮਚਾਰੀਆਂ ਨੂੰ ਪੁੱਛਿਆ ਜਾਂਦਾ ਕਿ 2004 ਦੀ ਇਹ ਪੈਨਸ਼ਨ ਲਾਗੂ ਹੈ, ਐਨਪੀਐਸ ਸਕੀਮ ਲਾਗੂ ਹੈ, ਤਾਂ ਉਹਨਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਤਾਂ ਉਹਨਾਂ ਨੂੰ ਇਸ ਬਾਬਤ ਜਿਹੜੀ ਐਨਪੀਐਸ ਦੇ ਬਾਰੇ ਚੰਗੀ ਤਰ੍ਹਾਂ ਕੋਈ ਜਾਣਕਾਰੀ ਹੀ ਨਹੀਂ ਸੀ। ਜਦੋਂ ਉਹਨਾਂ ਨੂੰ ਇਸ ਬਾਰੇ ਐਨਪੀਐਸ ਦੇ ਬਾਰੇ ਜਾਣਕਾਰੀ ਹੋਈ, ਕਿਉਂਕਿ ਜਦੋਂ ਕਈ ਮੁਲਾਜ਼ਮ ਐਨਪੀਐਸ ਦੇ ਅੰਡਰ ਜਦੋਂ ਰਿਟਾਇਰ ਹੋਏ ਤੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਲੋੜ ਮੁਤਾਬਕ ਉਹਨਾਂ ਦੇ ਸੋਚੇ ਮੁਤਾਬਕ ਪੈਨਸ਼ਨ ਨਹੀਂ ਮਿਲੀ, ਜਾਣੀ ਕਿ ਕਈ ਥਾਵਾਂ ਤੇ ਤਾਂ ਅਜਿਹੀਆਂ ਉਦਾਹਰਨਾਂ ਸਾਹਮਣੇ ਆਈਆਂ ਸੀ ਜਿੱਥੇ ਕਿ ਐਨਪੀਐਸ ਦੇ ਅੰਡਰ ਮੁਲਾਜ਼ਮਾਂ ਨੂੰ 2000-3000 ਰੁਪਏ ਮਹੀਨੇ ਦੇ ਹਿਸਾਬ ਨਾਲ ਪੈਨਸ਼ਨ ਮਿਲੀ ਸੀ। ਤਾਂ ਉਸ ਤੋਂ ਬਾਅਦ ਜਿਹੜੀਆਂ ਮੁਲਾਜ਼ਮ ਜਥੇਬੰਦੀਆਂ ਨੇ ਦੇਸ਼ ਭਰ ਵਿੱਚ ਹੜਤਾਲਾਂ ਅਤੇ ਪ੍ਰਦਰਸ਼ਨ ਕਰਨੇ ਸ਼ੁਰੂ ਕੀਤੇ ਤੇ ਹੁਣ ਕਈ ਸੂਬਾ ਸਰਕਾਰਾਂ ਵੱਲੋਂ ਓਲਡ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਦਾ ਜਿਹੜਾ ਫੈਸਲਾ ਉਹ ਲਿਆ ਜਾ ਰਿਹਾ ਹੈ। ਹਾਲਾਂਕਿ ਇਸ ਦੇ ਬਾਰੇ ਕੋਈ ਪੱਕੇ ਤਰੀਕੇ ਨਾਲ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਗਿਆ ਕਿਸੇ ਵੀ ਸਰਕਾਰ ਵੱਲੋਂ ਕਿ ਇਹ ਕਿਸ ਤਰ੍ਹਾਂ ਦਾ ਹੋਵੇਗਾ। ਸਿਰਫ ਔਰ ਸਿਰਫ ਐਲਾਨ ਕੀਤੇ ਗਏ ਹਨ ਅਤੇ ਇੱਕ ਅਧੂਰਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਵੀ ਮੁਲਾਜ਼ਮ ਜਿਹੜੇ ਨੇ ਉਹ ਨਾ ਖੁਸ਼ ਨਜ਼ਰ ਆ ਰਹੇ ਹਨ। ਇਹ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਤੇ ਲਾਈਕ ਕਰੋ। ਇਸੇ ਜਾਣਕਾਰੀ ਨਾਲ ਅਸੀਂ ਤੁਹਾਡੇ ਤੋਂ ਵਿਦਾ ਲੈਂਦੇ ਹਾਂ। ਤੁਸੀਂ ਦੇਖਦੇ ਰਹੋ ABC ਪੰਜਾਬ। ਧੰਨਵਾਦ।